ਸੋ ਚੈਪਟਰ 8 ਦਾ ਫਰਦਰ ਆਪਾਂ ਡਿਸਕਸ ਕਰਦੇ ਹਾਂ ਮੋਡਸ ਆਫ ਰੀਪਰੋਡਕਸ਼ਨ ਯੂਜ਼ਡ ਬਾਈ ਸਿੰਗਲ ਆਰਗੇਨਿਜ਼ਮਸ। ਸੋ ਇਹਦਾ ਫਸਟ ਪਾਰਟ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਆ, ਲਿੰਕ ਉੱਥੇ ਦਿੱਤਾ ਹੋਇਆ ਆ। ਸੋ ਲੈਟ ਅਸ ਨੋ ਐਗਜ਼ਾਮਿਨ ਹਾਊ ਡਿਫਰੈਂਟ ਆਰਗੇਨਿਜ਼ਮਸ ਐਕਚੁਅਲੀ ਰੀਪਰੋਡਿਊਸ। ਠੀਕ ਹੈ, ਆਪਾਂ ਹੁਣ ਦੇਖਾਂਗੇ ਕਿ ਕਿਵੇਂ ਡਿਫਰੈਂਟ ਆਰਗੇਨਿਜ਼ਮ ਜਿਹੜੇ ਐਕਚੁਅਲੀ ਰੀਪਰੋਡਿਊਸ ਕਿੱਦਾਂ ਕਰਦੇ ਆ। ਦ ਮੋਡ ਬਾਈ ਵਿਚ ਵੇਰੀਅਸ ਆਰਗੇਨਿਜ਼ਮਸ ਰੀਪਰੋਡਿਊਸ ਡਿਪੈਂਡ ਔਨ ਦਾ ਬੋਡੀ ਡਿਜ਼ਾਈਨ ਆਫ ਦਾ ਆਰਗੇਨਿਜ਼ਮ। ਜਿੰਨੇ ਵੀ ਆਰਗੇਨਿਜ਼ਮਸ ਆ, ਠੀਕ ਆ, ਬਹੁਤ ਵੇਰੀਅਸ ਆਰਗੇਨਿਜ਼ਮਸ ਜਿਹੜੇ ਜਿੰਨੇ ਵੀ ਰੀਪਰੋਡਿਊਸ ਕਰਦੇ ਆ, ਉਹਨਾਂ ਦਾ ਰੀਪਰੋਡਕਸ਼ਨ ਪ੍ਰੋਸੈਸ ਡਿਪੈਂਡ ਕਰਦਾ ਆ ਬੋਡੀ ਡਿਜ਼ਾਈਨ ਆਫ ਉਸ ਆਰਗੇਨਿਜ਼ਮ ਦਾ। ਸੋ ਫਸਟ ਦੇਖਦੇ ਹਾਂ, ਫਸਟ ਹੈ ਫਿਜ਼ਨ। ਸੋ ਫॉर ਯੂਨੀਸੈਲੂਲਰ ਆਰਗੇਨਿਜ਼ਮਸ, ਹੁਣ ਦੇਖਦੇ ਹਾਂ ਜਿਹੜੇ ਯੂਨੀਸੈਲੂਲਰ ਆਰਗੇਨਿਜ਼ਮਸ ਆ ਉਹ ਕਿੱਦਾਂ ਆਪਣੇ ਵਰਗੇ ਇੰਡੀਵਿਜੂਅਲਸ ਨੂੰ ਕ੍ਰੀਏਟ ਕਰਦੇ ਆ। ਫॉर ਯੂਨੀਸੈਲੂਲਰ ਆਰਗੇਨਿਜ਼ਮਸ ਸੈੱਲ ਡਿਵੀਜ਼ਨ ਔਰ ਫਿਜ਼ਨ, ਠੀਕ ਆ, ਫਿਜ਼ਨ ਜਿਹੜਾ ਆ ਉਸ ਪ੍ਰੋਸੈਸ ਨੂੰ ਹੀ ਕਿਹਾ ਜਾਂਦਾ ਜਿਸ ਪ੍ਰੋਸੈਸ ਦੇ ਨਾਲ ਯੂਨੀਸੈਲੂਲਰ ਆਰਗੇਨਿਜ਼ਮਸ ਆਪਣੇ ਵਰਗੇ ਨਵੇਂ ਆਰਗੇਨਿਜ਼ਮਸ ਬਣਾਉਂਦੇ ਆ। ਸੋ ਫॉर द ਯੂਨੀਸੈਲੂਲਰ ਆਰਗੇਨਿਜ਼ਮ ਸੈੱਲ ਡਿਵੀਜ਼ਨ ਔਰ ਫਿਜ਼ਨ ਲੀਡਸ ਟੂ ਦ ਕ੍ਰੀਏਸ਼ਨ ਆਫ ਨਿਊ ਇੰਡੀਵਿਜੂਅਲਸ। ਮੈਨੀ ਡਿਫਰੈਂਟ ਪੈਟਰਨਸ ਆਫ ਫਿਜ਼ਨ ਹੈਵ ਬੀਨ ਓਬਜ਼ਰਵਡ। ਠੀਕ ਹੈ, ਬਹੁਤ ਵੱਖਰੀ ਤਰ੍ਹਾਂ ਦੇ ਨਾਲ ਯੂਨੀਸੈਲੂਲਰ ਆਰਗੇਨਿਜ਼ਮ ਜਿਹੜੇ ਵੱਖਰੇ ਪੈਟਰਨਸ ਯੂਜ਼ ਕਰਦੇ ਆ ਆਪਣੀ ਸੈੱਲ ਡਿਵੀਜ਼ਨ ਦੇ ਵਿੱਚ, ਔਰ ਉਹਨੂੰ ਹੀ ਫਿਜ਼ਨ ਕਿਹਾ ਜਾਂਦਾ ਆ। Many bacteria and protozoa simply split into two equal halves during cell division। ਬਹੁਤ ਤਰ੍ਹਾਂ ਦੇ ਜਿਹੜੇ ਬੈਕਟੀਰੀਆਜ਼ ਆ ਔਰ ਪ੍ਰੋਟੋਜ਼ੋਆਜ਼ ਆ, ਜਦੋਂ ਉਹਨਾਂ ਦੇ ਵਿੱਚ ਫਿਜ਼ਨ ਹੁੰਦੀ ਉਹਨਾਂ ਦੇ ਵਿੱਚ ਦੇਖਿਆ ਜਾਂਦਾ ਕਿ ਉਹ ਸਿੰਪਲੀ ਸਪਲਿਟ ਹੋ ਜਾਂਦੇ ਆ ਟੂ ਇਕੁਅਲ ਹਾਫਸ ਦੇ ਵਿੱਚ ਡਿਊਰਿੰਗ ਸੈੱਲ ਡਿਵੀਜ਼ਨ ਇਨ ਆਰਗੇਨਿਜ਼ਮਸ ਸੱਚ ਐਜ਼ ਅਮੀਬਾ। ਹੁਣ ਅਮੀਬਾ ਦੇ ਵਿੱਚ ਦੇਖਦੇ ਹਾਂ ਆਪਾਂ ਕੀ ਹੁੰਦਾ ਆ, ਦ ਸਪਲਿਟਿੰਗ ਆਫ ਟੂ ਸੈਲਸ ਡਿਊਰਿੰਗ ਡਿਵੀਜ਼ਨ ਕੈਨ ਬੀ ਪਲੇਸ ਇਨ ਐਨੀ ਪਲੇਨ, ਠੀਕ ਆ, ਔਰ ਐਨੀ ਸਟੇਜ। ਠੀਕ ਹੈ, ਇੱਦਾਂ ਕਹਿ ਸਕਦੇ ਹਾਂ ਕਿ ਜਿਹੜਾ ਅਮੀਬਾ ਆ ਉਹਦੇ ਵਿੱਚ ਕਿੱਦਾਂ ਸੈੱਲ ਡਿਵੀਜ਼ਨ ਹੁੰਦੀ ਆ ਕਿ ਅਮੀਬਾ ਜਿਹੜਾ ਆ ਉਹਦੀ ਸਪਲਿਟਿੰਗ ਹੋ ਜਾਂਦੀ ਟੂ ਸੈਲਸ ਡਿਊਰਿੰਗ ਸੈੱਲ ਡਿਵੀਜ਼ਨ ਕੈਨ ਟੇਕ ਪਲੇਸ ਇਨ ਐਨੀ ਪਲੇਨ। ਸੋ ਨੈਕਸਟ ਦੇਖਦੇ ਹਾਂ, ਹਾਊਐਵਰ some unicellular organisms show somewhat more organization of their bodies। ਸੋ ਕੁਛ ਹੋਰ ਜਿਹੜੇ ਯੂਨੀਸੈਲੂਲਰ ਆਰਗੇਨਿਜ਼ਮਸ ਆ ਉਹ ਆਪਣੀ ਬੋਡੀ ਦੀਆਂ ਹੋਰ ਆਰਗੇਨਾਈਜੇਸ਼ਨਸ ਵੀ ਇਹਦੇ ਵਿੱਚ ਇਨਵੋਲਵ ਕਰਦੇ ਆ। ਸੱਚ ਐਜ਼ is seen in leishmania which cause ਕਾਲਾਜ਼ਾਰ which have a whip-like structure at the one end of the cell। ਜਦੋਂ ਇਹਦੇ ਵਿੱਚ ਸੈੱਲ ਡਿਵੀਜ਼ਨ ਹੁੰਦੀ ਆ, ਠੀਕ ਹੈ, ਲੈਸ਼ਮੀਨੀਆ ਦੀ, ਜਿਹੜਾ ਕਾਜ਼ ਕਰਦਾ ਕਾਲਾਜ਼ਾਰ ਇੱਕ ਹੈਲਥ ਡਿਸੀਜ਼ ਆ, ਠੀਕ ਹੈ। ਸੋ ਜਦੋਂ ਉਹ ਕਾਜ਼ ਕਰਦਾ ਆ ਤਾਂ ਉਹਨਾਂ ਦੀ ਔਰ ਬੋਡੀ ਦੀ ਆਰਗੇਨਾਈਜੇਸ਼ਨ ਦੇ ਵਿੱਚ ਪਹਿਲਾਂ ਹੀ ਉਹਨੇ ਦੱਸਿਆ ਕਿ ਉਹ ਡਿਫਰੈਂਟ ਤਰ੍ਹਾਂ ਦੇ ਬੋਡੀ ਆਰਗੇਨਾਈਜੇਸ਼ਨ ਸ਼ੋ ਕਰਦੇ ਆ। ਸੋ ਜਿਹੜਾ ਕਾਲਾਜ਼ਾਰ ਆ ਜਦੋਂ ਆਪਣੇ ਵਰਗੇ ਨਵੇਂ ਇੰਡੀਵਿਜੂਅਲਸ ਨੂੰ ਡਿਵੈਲਪ ਕਰਦਾ ਆ ਤਾਂ ਉਹਦੇ ਵਿੱਚ ਨਿਊ ਸੈਲਸ ਦੇ ਵਿੱਚ ਵਾਈਪ ਲਾਈਕ ਸਟਰਕਚਰ ਵਨ ਐਂਡ ਦੇ ਸੈੱਲ ਦੇ ਵਿੱਚ ਦਿਖਾਈ ਦਿੰਦੀ ਆ। ਸੋ ਇਹ ਪੁਆਇੰਟ ਆ ਛੋਟੇ ਜਿਹੜੇ ਪੇਪਰ ਦੇ ਵਿੱਚ 1 ਮਾਰਕਸ ਦੇ ਵਿੱਚ ਆ ਸਕਦੇ। ਸੋ ਇਸ ਕਰਕੇ ਇਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਆ, ਤੁਸੀਂ ਇਹਨਾਂ ਨੂੰ ਆਪਣਾ ਨੋਟ ਡਾਊਨ ਵੀ ਕਰ ਸਕਦੇ ਆ। In such organisms, binary fusion occur in defined orientation in relation to these structures। ਠੀਕ ਹੈ, ਉਹਨਾਂ ਦੇ ਵਿੱਚ ਬਾਈਨਰੀ ਫਿਊਜ਼ਨ ਜਿਹੜਾ ਹੈ ਇਹਨਾਂ ਸਟਰਕਚਰਸ ਦੇ ਥਰੂ ਫਿਰ ਅੱਗੇ ਹੁੰਦਾ ਆ। ਅਦਰ ਸਿੰਗਲ ਸੈੱਲ ਆਰਗੇਨਿਜ਼ਮਸ, ਹੁਣ ਅਦਰ ਜਿਹੜੇ ਸਿੰਗਲ ਸੈਲਸ ਆਰਗੇਨਿਜ਼ਮ ਹੁੰਦੇ ਆ ਸੱਚ ਐਜ਼ ਮਲੇਰੀਆ ਪੈਰਾਸਾਈਟ ਦੀ ਐਗਜ਼ਾਮਪਲ ਦਿੱਤੀ ਹੋਈ ਆ, ਪਲਾਜ਼ਮੋਡੀਅਮ, ਡਿਵਾਈਡ, ਇਹਨਾਂ ਦੀ ਫਿਊਜ਼ਨ ਕਿੱਦਾਂ ਹੁੰਦੀ ਆ, ਡਿਵਾਈਡ ਇਨਟੂ ਮੈਨੀ ਡਾਟਰ ਸੈਲਸ ਸਾਈਮਲਟੇਨੀਅਸਲੀ ਬਾਏ ਮਲਟੀਪਲ ਫਿਊਜ਼ਨ। ਇਹਨਾਂ ਦੇ ਵਿੱਚ ਹੁਣ ਇੱਕ ਮਲੇਰੀਆ ਪੈਰਾਸਾਈਟ ਦੀ ਐਗਜ਼ਾਮਪਲ ਦਿੱਤੀ ਹੋਈ, ਵੈਰੀ ਇੰਪੋਰਟੈਂਟ ਆ ਇਹ, ਠੀਕ ਆ, ਬਹੁਤ ਇੰਪੋਰਟੈਂਟ ਪੁਆਇੰਟ ਆ ਯਾਦ ਰੱਖਣ ਦੇ ਲਈ ਕਿ ਮਲੇਰੀਆ ਪੈਰਾਸਾਈਟ ਪਲਾਜ਼ਮੋਡੀਅਮ ਦੇ ਵਿੱਚ ਜਿਹੜੀ ਸੈੱਲ ਡਿਵੀਜ਼ਨ ਹੁੰਦੀ ਆ ਉਹ ਮਲਟੀਪਲ ਹੁੰਦੀ ਆ, ਉਹਦੇ ਬਹੁਤ ਸਾਰੇ ਡਾਟਰ ਸੈਲਸ ਹੁੰਦੇ ਆ, ਠੀਕ ਹੈ। ਮਲਟੀਪਲ ਫਿਊਜ਼ਨ ਇੱਕ ਮਲੇਰੀਆ ਪੈਰਾਸਾਈਟ ਦੇ ਵਿੱਚ ਹੁੰਦੀ ਆ। ਨੈਕਸਟ ਯੀਸਟ ਦੇ ਵਿੱਚ ਅਗਰ ਦੇਖੀਏ, on the other hand can put out small buds that separate and grow further। ਯੀਸਟ ਦੇ ਵਿੱਚ ਸਿੰਪਲੀ ਕੀ ਹੁੰਦਾ ਆ ਕਿ ਉਹ ਆਪਣਾ ਸਮਾਲ ਵਰਡ ਜਿਹੜਾ ਪੁੱਟ ਆਊਟ ਕਰ ਦਿੰਦਾ ਆ, ਸੈਪਰੇਟ ਕਰ ਦਿੰਦਾ, ਦੈਨ ਉਹ ਜਿਹੜਾ ਆ ਫਰਦਰ ਗਰੋ ਕਰਦਾ। ਆਪਾਂ ਇੱਥੇ ਐਗਜ਼ਾਮਪਲ ਦੇ ਵਿੱਚ ਵੀ ਦੇਖ ਸਕਦੇ ਹਾਂ ਡਾਇਗਰਾਮ ਦੇ ਵਿੱਚ ਕਿ ਜਿਹੜਾ ਯੀਸਟ ਦੇ ਵਿੱਚ ਇਸ ਤਰੀਕੇ ਦੇ ਨਾਲ ਉਹ ਸਪਲਿਟ ਕਰ ਦਿੰਦਾ ਆਪਣਾ ਅੱਗੇ, ਉਹ ਜਿਹੜਾ ਫਿਰ ਅੱਗੇ 2 ਸੈਲਸ ਦੇ ਵਿੱਚ ਗਰੋ ਹੁੰਦਾ ਰਹਿੰਦਾ ਹੈ ਫਰਦਰ। ਇਹ ਜਿਹੜਾ ਅੱਗੇ ਆ ਇਹਨੇ ਫਿਰ ਅੱਗੇ ਫਿਰ ਆਪਣੇ ਸੈੱਲ ਨੂੰ ਨਿਊ ਸਪਲਿਟ ਕਰ ਦੇਣਾ, ਉਹਨੇ ਅੱਗੇ ਗਰੋ ਹੋ ਜਾਣਾ। ਸੋ ਨੈਕਸਟ ਮੋਡ ਆਫ ਰੀਪਰੋਡਕਸ਼ਨ ਹੈ ਫਰੈਗਮੈਂਟੇਸ਼ਨ।
ਫਰੈਗਮੈਂਟੇਸ਼ਨ ਦੇਖਦੇ ਹਾਂ। ਇਨ ਮਲਟੀ ਸੈਲੂਲਰ ਆਰਗੇਨਿਜ਼ਮਸ with relatively simply body organization simple reproductive method can still work। ਠੀਕ ਆ। ਸੋ ਮਲਟੀ ਸੈਲੂਲਰ ਆਰਗੇਨਿਜ਼ਮ ਦੇ ਵਿੱਚ ਕਹਿੰਦੇ ਜਦੋਂ ਕਿਉਂਕਿ ਉਹਨਾਂ ਦਾ ਬੋਡੀ ਡਿਜ਼ਾਈਨ ਜਿਹੜਾ ਸਿੰਪਲ ਹੁੰਦਾ ਆ ਆਰਗੇਨਾਈਜੇਸ਼ਨ, ਇਸ ਕਰਕੇ ਸਿੰਪਲ ਰੀਪਰੋਡਕਟਿਵ ਮੈਥਡ ਉਹਨਾਂ ਦੇ ਵਿੱਚ ਕੰਮ ਕਰਦਾ ਆ। ਇੱਥੇ ਸਪਾਇਰੋਗਾਇਰੀਆ ਦੀ ਐਗਜ਼ਾਮਪਲ ਦਿੱਤੀ ਹੋਈ ਆ ਦੈਟ ਸਿੰਪਲੀ ਬ੍ਰੇਕ ਅਪ ਇਨਟੂ ਸਮਾਲ ਪੀਸਿਸ ਅਪੋਨ ਮੈਚੂਰੇਸ਼ਨ। ਠੀਕ ਆ, ਜਦੋਂ ਉਹ ਆਪਣੇ ਵਰਗੇ ਨਿਊ ਆਫਸਪ੍ਰਿੰਗਸ ਨੂੰ ਡਿਵੈਲਪ ਕਰਦਾ ਆ ਤਾਂ ਉਹ ਸਿੰਪਲੀ ਸਮਾਲ ਪੀਸਿਸ ਦੇ ਵਿੱਚ ਅੱਗੇ ਡਿਵਾਈਡ ਹੋ ਜਾਂਦਾ ਆ, ਬ੍ਰੇਕਅਪ ਹੋ ਜਾਂਦਾ ਆ। these pieces or fragments, ਉਹਨਾਂ ਨੂੰ ਹੀ ਫਰੈਗਮੈਂਟਸ ਕਿਹਾ ਗਿਆ ਆ। ਸੋ ਇਹਨਾਂ ਦੇ ਪ੍ਰੋਸੈਸ ਨੂੰ ਤਾਂ ਹੀ ਫਰੈਗਮੈਂਟੇਸ਼ਨ ਕਿਹਾ ਗਿਆ ਆ। ਸੋ ਇਹ ਮਲਟੀ ਸੈਲੂਲਰ ਆਰਗੇਨਿਜ਼ਮ ਦੇ ਵਿੱਚ ਇਹ ਪ੍ਰੋਸੈਸ ਦੇ ਥਰੂ ਰੀਪਰੋਡਕਸ਼ਨ ਹੁੰਦੀ ਆ। these pieces or fragments grow into new individuals, ਉਹੀ ਜਿਹੜੇ ਫਿਰ ਛੋਟੇ ਛੋਟੇ ਸਮਾਲ ਪੀਸਿਸ ਦੇ ਵਿੱਚ ਜਿਹੜਾ ਡਿਵਾਈਡ ਹੁੰਦਾ ਉਹੀ ਫਰੈਗਮੈਂਟਸ ਅੱਗੇ ਗਰੋ ਕਰਕੇ ਉਹਨਾਂ ਦੇ ਨਿਊ ਇੰਡੀਵਿਜੂਅਲਸ ਬਣ ਜਾਂਦੇ ਆ। ਸੋ ਨੈਕਸਟ ਦੇਖਦੇ ਹਾਂ, ਦਿਸ ਇਜ਼ ਨਾਟ ਟਰੂ ਫॉर ਆਲ ਮਲਟੀ ਸੈਲੂਲਰ ਆਰਗੇਨਿਜ਼ਮਸ। ਠੀਕ ਹੈ, ਇਹ ਸਾਰੇ ਮਲਟੀ ਆਰਗੇਨਿਜ਼ਮਸ ਦੇ ਵਿੱਚ ਨਹੀਂ, ਕੁਛ ਕੁ ਮਲਟੀ ਸੈਲੂਲਰ ਆਰਗੇਨਿਜ਼ਮ ਦੇ ਵਿੱਚ ਇਹ ਵਾਲੀ ਜਿਹੜਾ ਪ੍ਰੋਸੈਸ ਆ ਵਰਕ ਕਰਦਾ, ਬਟ ਅਨਦਰ ਦੇ ਵਿੱਚ ਕੀ ਕਰਦਾ, ਦੇ ਕੈਨਟ this is not true for all multicellular organisms, they cannot simply divide cell by cell। ਠੀਕ ਹੈ, ਉਹ ਕਹਿੰਦੇ simply divide ਨਹੀਂ ਹੁੰਦੇ cell by cell। the reason is that many cellular organisms as we have seen are not simply a random collection of cells। ਠੀਕ ਹੈ, ਸਾਰੇ ਕਹਿੰਦੇ ਮਲਟੀ ਸੈਲੂਲਰ ਆਰਗੇਨਿਜ਼ਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਕੁਛ ਕੁ ਰੈਂਡਮ ਸੈਲਸ ਹੀ ਨਹੀਂ ਹੁੰਦੇ, ਉਹਨਾਂ ਦੇ ਕੋਲ ਕੀ ਹੁੰਦਾ ਹੈ, ਸਪੈਸ਼ਲਾਈਜ਼ਡ ਸੈਲਸ ਆਰ ਆਰਗੇਨਾਈਜ਼ਡ ਐਜ਼ ਟਿਸ਼ੂ ਐਂਡ ਟਿਸ਼ੂਜ਼ ਆਰ ਆਰਗੇਨਾਈਜ਼ਡ ਇਨਟੂ ਆਰਗਨਸ ਵਿਚ ਦੇ ਦੈਨ ਹੈਵ ਟੂ ਬੀ ਪਲੇਸਡ ਐਟ ਡਿਫਾਈਨਡ ਪੋਜੀਸ਼ਨ ਆਫ ਦੀ ਬੋਡੀ। ਸੋ ਇੱਥੇ ਕੀ ਕਿਹਾ ਗਿਆ ਆ ਕਿ ਜਿਹੜਾ ਮਲਟੀ ਸੈਲੂਲਰ ਆਰਗੇਨਿਜ਼ਮਸ ਆ, ਠੀਕ ਆ, ਹੁਣ ਯੂਨੀਸੈਲੂਲਰਸ ਦੇ ਵਿੱਚ ਕੀ ਹੁੰਦਾ, ਉਹਨਾਂ ਦੇ ਵਿੱਚ ਰੈਂਡਮ ਜਿਹੇ ਸੈੱਲ ਹੁੰਦੇ ਆ, ਜਿਹੜੇ ਮਤਲਬ ਇੱਕ ਸੈੱਲ ਹੁੰਦਾ, ਇੱਕੋ ਤਰ੍ਹਾਂ ਦੇ ਸੈੱਲ ਹੁੰਦੇ ਆ, ਠੀਕ ਹੈ, ਜਿਹੜੇ ਰੈਂਡਮ ਜਿਹੇ ਹੁੰਦੇ ਆ। ਬਟ ਮਲਟੀ ਸੈਲੂਲਰਸ ਦੇ ਵਿੱਚ ਕੀ ਹੁੰਦੇ ਆ, ਸਪੈਸ਼ਲਾਈਜ਼ਡ ਸੈੱਲ ਹੁੰਦੇ ਆ, ਉਹੀ ਜਿਹੜੇ ਅੱਗੇ ਆਰਗੇਨਾਈਜ਼ ਕਰਦੇ ਆ ਟਿਸ਼ੂਜ਼ ਨੂੰ, ਦੈਨ ਟਿਸ਼ੂ ਜਿਹੜੇ ਅੱਗੇ ਜਾ ਕੇ ਆਰਗਨ ਬਣਾਉਂਦੇ ਆ, ਔਰ ਆਰਗਨ ਦੇ ਨਾਲ ਇੱਕ ਪੂਰੀ ਮਲਟੀ ਸੈਲੂਲਰ ਆਰਗੇਨਿਜ਼ਮ ਦੀ ਬੋਡੀ ਡਿਜ਼ਾਈਨ ਹੁੰਦੀ ਆ। ਸੋ ਇਸ ਕਰਕੇ ਉਹਨਾਂ ਦੇ ਵਿੱਚ ਵੱਖਰੀ ਤਰ੍ਹਾਂ ਦੇ ਸੈੱਲ, ਉਹ ਵੱਖਰੀ ਤਰ੍ਹਾਂ ਦਾ ਫਿਰ ਅੱਗੇ ਆਪਣਾ ਕਰਦੇ ਆ, ਫਿਊਜ਼ਨ ਕਰਦੇ ਆ। ਇਨ such a carefully organized situation, cell by cell division should be impractical। multicellular organism therefore need to use more complex way of reproduction। ਕਿਉਂਕਿ ਕਹਿੰਦੇ ਇਹਨਾਂ ਵਿੱਚ ਮਲਟੀ ਸੈਲੂਲਰ ਆਰਗੇਨਿਜ਼ਮ ਦੇ ਵਿੱਚ ਵੱਖਰੀ ਤਰ੍ਹਾਂ ਦੇ ਸੈੱਲ ਹੁੰਦੇ ਆ, ਬਹੁਤ ਤਰ੍ਹਾਂ ਦੇ ਸਪੈਸ਼ਲਾਈਜ਼ਡ ਸੈੱਲ ਹੁੰਦੇ ਜਿਨ੍ਹਾਂ ਦਾ ਹਰ ਇੱਕ ਦਾ ਆਪਣਾ ਵੱਖਰਾ ਕੰਮ ਹੁੰਦਾ, ਇਸ ਕਰਕੇ ਉਹਨਾਂ ਦੇ ਵਿੱਚ ਕੰਪਲੈਕਸ ਵੇ ਦੇ ਨਾਲ ਰੀਪਰੋਡਕਸ਼ਨ ਦਾ ਪ੍ਰੋਸੈਸ ਹੁੰਦਾ ਆ। A basic strategy used in multicellular organisms is that different cell type perform different specialized function। ਠੀਕ ਹੈ, ਕਹਿੰਦੇ ਹੁਣ ਬੇਸਿਕ ਸਟ੍ਰੈਟਜੀ ਯੂਜ਼ ਕਰਦੇ ਮਲਟੀ ਸੈਲੂਲਰ ਆਰਗੇਨਿਜ਼ਮ, ਉਹ ਕੀ ਹੁੰਦੀ ਆ ਕਿ ਡਿਫਰੈਂਟ ਸੈੱਲ ਟਾਈਪ ਜਿਹੜਾ ਹਰ ਇੱਕ ਵੱਖਰੀ ਤਰ੍ਹਾਂ ਦਾ ਸੈੱਲ ਦੀ ਟਾਈਪ ਉਹ ਪਰਫਾਰਮ ਕਰਦਾ ਆਪਣਾ ਵੱਖਰਾ ਸਪੈਸ਼ਲਾਈਜ਼ਡ ਫੰਕਸ਼ਨ। So following this general pattern, reproduction in such organisms is also the function of a specific cell type। So ਹੁਣ ਉਹੀ ਸੇਮ ਗੱਲ ਕਹੀ ਗਈ ਆ ਕਿ ਇਸ ਪੈਟਰਨ ਦੇ ਨਾਲ ਹੀ ਜਿਹੜਾ ਹਰ ਇੱਕ ਸਪੈਸ਼ਲ ਸੈੱਲ ਆ ਉਹ ਆਪਣਾ ਸਪੈਸੀਫਿਕ ਫੰਕਸ਼ਨ ਕਰਦਾ ਆ। ਸੋ ਹਾਊ ਇਜ਼ ਰੀਪਰੋਡਕਸ਼ਨ ਇਜ਼ ਟੂ ਅਚੀਵਡ ਫਰੋਮ ਦਾ ਸਿੰਗਲ ਸੈੱਲ ਟਾਈਪ ਇਫ ਦਾ organism itself consists of many cell type। ਹੁਣ ਇਹਦਾ ਆਨਸਰ ਕੀ ਆ, ਦਾ ਆਨਸਰ ਇਜ਼ ਦੈਟ ਦੇਅਰ ਮਸਟ ਬੀ ਅ ਸਿੰਗਲ ਸੈਲ ਟਾਈਪ ਇਨ ਦਾ ਆਰਗੇਨਿਜ਼ਮ that is capable of growing, proliferating or making other cell types under the right circumstances। ਹੁਣ ਕਹਿੰਦੇ ਅਗਰ ਇੱਥੇ ਰੀਪਰੋਡਕਸ਼ਨ ਜਿਹੜਾ ਆ ਸਿੰਗਲ ਸੈੱਲ ਅਚੀਵ ਕਰ ਸਕਦਾ, ਅਗਰ ਉਹਦੇ ਵਿੱਚ ਇੱਕੋ ਹੀ ਸਿੰਗਲ ਸੈੱਲ ਟਾਈਪ ਆ, ਠੀਕ ਆ, ਤੇ ਉਹ ਕਿੱਦਾਂ ਆਪਣੀ ਅੱਗੇ ਸੈੱਲ ਉੱਦਾਂ ਦੇ ਆਪਣੇ ਇੰਡੀਵਿਜੂਅਲਸ ਬਣਾਊਗਾ। ਇਹਦਾ ਆਨਸਰ ਕੀ ਆ, ਅਗਰ ਕਹਿੰਦੇ ਕੋਈ ਸਿੰਗਲ ਸੈੱਲ ਆ, ਠੀਕ ਆ, ਸਿੰਗਲ ਸੈੱਲ ਟਾਈਪ ਆ ਆਰਗੇਨਿਜ਼ਮਸ ਦੀ, ਅਗਰ ਉਹ ਕੈਪੇਬਲ ਆ ਗਰੋ ਕਰਨ ਦੇ ਲਈ, ਪ੍ਰੋਲੀਫਰੇਟ ਕਰਨ ਲਈ, ਔਰ ਮੇਕਿੰਗ ਦਾ ਅਦਰ ਸੈੱਲ ਟਾਈਪ ਅੰਡਰ ਦਾ ਰਾਈਟ ਸਰਕਮਸਟਾਂਸਿਸ, ਤੇ ਉਹਦੇ ਵਿੱਚ ਕੈਪੇਬਿਲਿਟੀ ਹੁੰਦੀ ਆ ਕਿ ਉਹ ਆਪਣੇ ਵਰਗੇ ਅੱਗੇ ਇੰਡੀਵਿਜੂਅਲਸ ਨੂੰ ਗਰੋ ਕਰ ਸਕੇ। ਥੈਂਕ ਯੂ।